ਧੰਨ ਵਾਹਿਗੁਰੂ ਸਾਹਿਬ ਜੀ। ਜੈਤ ਸਰੀ ਮਹਲਾ ਚੌਥਾ। ਘਰ ਪਹਿਲਾ ਚੌਪਦੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਮੇਰਾ ਹਿਰਦੈ ਰਤਨ ਨਾਮ ਹਰਿ ਵਸਿਆ। ਗੁਰ ਹਾਥ ਧਰਿਓ ਮੇਰੇ ਮਾਥਾ। ਜਨਮ ਜਨਮ ਕੀ ਕਿਲ ਬਿਖ ਦੁਖ ਪੁਤਰੀ। ਗੁਰ ਨਾਮ ਦਿਓ ਰਿਨ ਲਾਥਾ। ਮੇਰੇ ਮਨਾ ਭਜ ਰਾਮ ਨਾਮ ਸਭ ਬਰਥਾ। ਗੁਰ ਪੂਰੈ ਹਰਿ ਨਾਮ ਤ੍ਰਿੜਾਇਆ। ਬਿਨ ਨਾਵੈ ਜੀਵਨ ਬਿਰਥਾ। ਬਿਨ ਗੁਰ ਮੂੜ ਭਏ ਹੈ ਮਨ ਮੁਖਾ। ਤੇ ਮੋਹ ਮਾਇਆ ਨਿਤ ਫਾਥਾ। ਤੇਨਾ ਸਾਧੂ ਚਰਨ ਨਾ ਸੇਵੇ ਕਬਹੂ। ਤਿਨ ਸਭ ਜਨਮ ਅਕਾਥਾ। ਤਿਨ ਸਾਧੂ ਚਰਨ ਨਾ ਸੇਵੇ ਕਬਹੂ। ਤਿਨ ਸਭ ਜਨਮ ਅਕਾਥਾ। ਜਿਨ ਸਾਧੂ ਚਰਨ ਸਾਧ ਠਗ ਸੇਵੇ। ਤਿਨ ਸਫਲਿਓ ਜਨਮ ਸਨਾਥਾ। ਮੋਹ ਕਉ ਕੀਜੈ ਦਾਸ। ਦਾਸ ਦਾਸਨ ਕੋ ਹਰਿ ਦਇਆ ਧਾਰ ਜਗਨਨਾਥਾ। ਹਮ ਅੰਧਲੇ ਗਿਆਨਹੀਨ ਅਗਿਆਨੀ। ਕਿਉ ਚਾਲੈ ਮਾਰਗ ਪੰਥਾ। ਹਮ ਅੰਧਲੇ ਕਉ ਗੁਰ ਅੰਚਲ ਕੀਜੈ। ਜਨ ਨਾਨਕ ਚਲੈ ਮਿਲੰਥਾ। ਪਰਮ ਸਨਮਾਨਿਓ ਚਵਰ ਸ਼ਤਰ ਤਖਤ ਦੇ ਮਾਲਕ। ਜੁਗੋ ਜੁਗ ਟਲ ਸ਼ਬਦ ਗੁਰੂ ਮੋਹਿਤ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ। ਤਿਨਾਂ ਦੀ ਪਾਵਨ ਪਵਿੱਤਰ ਮੁਕੱਦਸ ਰੂਪ ਅੰਦਰ ਬਿਰਾਜਮਾਨ ਗੁਰੂ ਕੇ ਸਤਸੰਗੀ ਨੂੰ ਬੜੇ ਬੜੇ ਭਾਗੇ ਹਾਂ। ਜੋ ਕਿ ਆਪਣੇ ਜੀਵਨ ਦੇ ਵਿੱਚੋਂ ਕੁਝ ਐਸੇ ਪਲ ਨਿਕਲ ਕੇ ਸਤਿਗੁਰਾਂ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਉਹਨਾਂ ਪਲਾਂ ਨੂੰ ਸਫਲੇ ਬਣਾ ਰਹੇ ਹਨ। ਦਾਸਿਆਂ ਤੋਂ ਪਹਿਲਾਂ ਆਪ ਜੀਆਂ ਨੇ ਭਾਈ ਸਤਿਗੁਰਾਂ ਤੋਂ ਗੁਰੂ ਨਾਨਕ ਸਾਹਿਬ ਜੀ ਦੀ ਪਾਵਨ ਬਾਣੀ ਆਸਾ ਕੇ ਵਾਰ ਦਾ ਸ਼ਬਦ ਕੀਰਤਨ ਸਰਵਣ ਕੀਤਾ ਹੈ। ਆਓ ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਅੱਜ ਦੀ ਪਾਵਨ ਵਿਚਾਰ ਬਖਸ਼ਿਸ਼ ਕਰਦੇ ਹਨ। ਪਾਵਨ ਹੁਕਮ ਦੇ ਰਾਹੀਂ ਕੀ ਸਮਝਾਉਣਾ ਕਰਦੇ ਹਨ। ਬੜੇ ਪਿਆਰ ਅਤੇ ਸਤਿਕਾਰ ਨਾਲ ਸਮਝਣ ਦਾ
ਅਸੀਂ ਉਸ ਹੁਕਮ ਨੂੰ ਲਾਗੂ ਕਰਕੇ ਕੀ ਕਰਨਾ ਹੈ ਤੇ ਕੀ ਨਹੀਂ ਕਰਨਾ। ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰਦੇ ਹਨ, ਮੇਰੇ ਮਨ ਭਜ ਰਾਮ ਨਾਮ ਸਭ ਅਰਥਾ, ਕਿ ਐ ਮੇਰੇ ਮਨ ਸਦਾ ਪਰਮਾਤਮਾ ਦਾ ਨਾਮ ਸੁਣਿਆ ਕਰ, ਜੋ ਸਾਰੇ ਪਦਾਰਥ ਦੇਣ ਵਾਲਾ ਹੈ। ਅਰਥਾਂ ਤੋਂ ਭਾਵ ਹੁੰਦਾ ਹੈ ਅਰਥ, ਕਿਸੇ ਵੀ ਅਰਥ ਜਿਸ ਤਰੀਕੇ ਨਾਲ ਆਪਾਂ ਆਮ ਬੋਲਚਾਲ ਦੀ ਭਾਸ਼ਾ ਦੇ ਵਿੱਚ ਕਹਿ ਲੈਂਦੇ ਆ ਆਮ, ਤੇ ਆਮ ਆਪਾਂ ਕਿਸੇ ਵੀ ਚੀਜ਼ ਦੇ ਨਾਲ ਲਾ ਲੈਂਦੇ ਆ ਕਿ ਉਹ ਚੀਜ਼ ਆਮ ਹੈ। ਆਮ ਤੋਂ ਭਾਵ ਬਹੁਤ ਸਾਰੀਆਂ ਚੀਜ਼ਾਂ ਉਸ ਦੇ ਨਾਲ ਜੁੜ ਜਾਂਦੀਆਂ ਹਨ। ਸਤਿਗੁਰੂ ਜੀ ਰਹਿਮਤ ਕਰਦੇ ਹਨ, ਹਜ਼ੂਰ ਬਖਸ਼ਦੇ ਹਨ। ਸਭ ਅਰਥਾਂ ਕੇ ਸਾਰੇ ਅਰਥ ਭਾਵ ਸਾਰੇ ਪਦਾਰਥ ਸਾਰੀਆਂ ਚੀਜ਼ਾਂ ਦੇਣ ਵਾਲਾ ਪਰਮਾਤਮਾ ਇੱਕ ਹੈ, ਤੇ ਉਸ ਇੱਕ ਨੂੰ ਐ ਮੇਰੇ ਮਨ ਭਜ ਨਾਮ, ਉਸ ਦੇ ਨਾਮ ਦਾ ਸਿਮਰਨ ਕਰ, ਉਸੇ ਨਾਮ ਨੂੰ ਜਪਣਾ ਕਰ। ਗੁਰ ਹੈ ਹਰ ਨਾਮ ਦ੍ਰਿੜਾਇਆ, ਬਿਨ ਨਾਵੈ ਜੀਵਨ ਬਿਰਧ। ਬਖਸ਼ਿਸ਼ ਕਰਦੇ ਹਨ ਕਿ ਉਸ ਪੂਰੇ ਗੁਰੂ ਨੇ ਹੀ ਪਰਮਾਤਮਾ ਦਾ ਨਾਮ ਪੱਕਾ ਕੀਤਾ ਹੈ। ਉਸ ਅਕਾਲ ਪੁਰਖ ਨੇ ਹੀ ਪਰਮਾਤਮਾ ਦਾ ਨਾਮ ਤੈਨੂੰ ਬਖਸ਼ਿਆ ਹੈ। ਗੁਰ ਹੈ ਹਰ ਨਾਮ ਦ੍ਰਿੜਾਇਆ, ਉਸ ਨੇ ਹੀ ਤੈਨੂੰ ਇਹ ਸੂਝੀ ਬਖਸ਼ਿਸ਼ ਕੀਤੀ ਹੈ ਕਿ ਤੂੰ ਆਪਣੇ ਮੂਲ ਦੇ ਨਾਲ ਜੁੜ, ਕਿਉਂਕਿ ਸਤ ਸੰਗਤ ਜਦੋਂ ਇਨਸਾਨ ਆਪਣੇ ਮੂਲ ਤੋਂ ਟੁੱਟ ਜਾਂਦਾ ਹੈ ਫਿਰ ਉਹ ਕਾਸੇ ਜੁਗਾ ਨਹੀਂ ਰਹਿੰਦਾ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਆਪਣੀ ਬਾਣੀ ਦੇ ਅੰਦਰ ਬੜਾ ਪਿਆਰਾ ਸਵਾਲ ਜਵਾਬ ਕਰਦੇ ਹਨ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਦੇ ਅਧੀਨ ਸਿਰਲੇਖ ਵਾਰਾਂ ਤੇ ਵਧੀਕ ਵਿੱਚ ਦਰਜ ਹੈ, ਭੱਬਰ ਤੂੰ ਹਰਿਆਵਲਾ ਕਬਲਾ ਕੰਚਨ ਵਨ। ਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਜਿਸ ਤਰੀਕੇ ਦੇ ਨਾਲ ਕਲਪਨਾ ਕਰਦੇ ਹਨ, ਜਿਵੇਂ ਤੁਰੇ ਜਾ ਰਹੇ ਹਨ, ਤੁਰਦੇ ਤੁਰਦੇ ਕੀ ਵੇਖਦੇ ਹਨ, ਰਾਸਤੇ ਦੀ ਸਾਈਡ ਦੇ ਕਿਨਾਰੇ ਤੇ ਇੱਕ ਬਹੁਤ ਸੋਹਣਾ ਤਾਲਾਬ ਹੈ। ਉਸ ਤਾਲਾਬ ਦੇ ਵਿੱਚ ਬਹੁਤ ਸੋਹਣਾ ਪਾਣੀ ਭਰਿਆ, ਚੰਗੀ ਖੁਸ਼ਬੂ ਆ ਰਹੀ ਹੈ, ਹਰ ਪਾਸੇ ਉਸਦੇ ਫੁੱਲ ਬੂਟੀਆਂ ਬਨਸਪਤੀ ਛਾਈ ਹੋਈ ਹੈ। ਬਨਸਪਤੀ ਛਾਈ ਹੋਈ ਹੈ ਤੇ ਗੁਰੂ ਨਾਨਕ ਸਾਹਿਬ ਉੱਥੇ ਬੈਠ ਜਾਂਦੇ ਹਨ, ਆਰਾਮ ਕਰਦੇ ਹਨ। ਸਮਾਂ ਪਾ ਕੇ ਆਰਾਮ ਤੋਂ ਬਾਅਦ ਚੱਲ ਪੈਂਦੇ ਹਨ ਤੇ ਜਿਸ ਕਾਰਜ ਲਈ ਕਰਦੇ ਹਨ ਉਹ ਕਾਰਜ ਨੂੰ ਸੰਪੂਰਨ ਕਰਕੇ ਵਾਪਸ ਲੌਟਦੇ ਹਨ। ਵਾਪਸ ਲੌਟਦੇ ਹਨ ਤੇ ਆ ਕੇ ਕਿਸੇ ਸੋਚਦੇ ਹਨ ਕਿ ਉਸ ਤਾਲਾਬ ਦੇ ਕੋਲ ਬੈਠ ਕੇ ਆਰਾਮ ਕਰਾਂਗੇ। ਜਦੋਂ ਤਾਲਾਬ ਦੇ ਕੋਲ ਪਹੁੰਚਦੇ ਹਨ ਤੇ ਕੀ ਵੇਖਦੇ ਹਨ ਕਿ ਤਾਲਾਬ ਦੇ ਵਿੱਚ ਪਹਿਲਾਂ ਨਾਲੋਂ ਪਾਣੀ ਗੰਦਾ ਹੋ ਚੁੱਕਿਆ ਹੈ। ਉਸ ਦੇ ਕਿਨਾਰਿਆਂ ਤੇ ਜਿਹੜੀਆਂ ਬਨਸਪਤੀ ਸਨ ਉਹ ਬਨਸਪਤੀ ਵੀ ਮੁਰਝਾ ਚੁੱਕੀ ਹੈ। ਜੋ ਫੁੱਲ ਬੂਟੇ ਲੱਗੇ ਸਨ ਉਹ ਫੁੱਲ ਬੂਟੇ ਵੀ ਸੁੱਕ ਕੇ ਕੁਮਲਾ ਰਹੇ ਹਨ। ਗੁਰੂ ਨਾਨਕ ਸਾਹਿਬ ਪਾਤਸ਼ਾਹ ਬੜੀ ਪਿਆਰ ਨਾਲ ਸਵਾਲ ਕਰਦੇ ਹਨ, ਭੱਬਰ ਤੋਂ ਭਾਵ ਹੁੰਦਾ ਹੈ ਤਾਲਾਬ, ਕੋਈ ਸਰੋਵਰ ਜਿੱਥੇ ਜਲ ਇਕੱਤਰਿਤ ਹੋਵੇ, ਉਸ ਨੂੰ ਕਹਿੰਦੇ ਹਨ ਭੱਬਰ। ਭੱਬਰ ਤੋਂ ਹਰਿਆਵਲਾ ਐ ਤਾਲਾਬ, ਐ ਸਮੁੰਦਰ ਤੋਂ ਬਾਤ ਹਰਾ ਸੀ ਕਿਸੇ ਸਮੇਂ ਦੇ ਵਿੱਚ। ਭੱਬਰ ਤੋਂ ਹਰਿਆਵਲਾ ਕਬਲਾ ਕੰਚਨ ਵਨ, ਤੇ ਤੇਰੀ ਬਨਸਪਤੀ ਇਸ ਤਰੀਕੇ ਦੇ ਨਾਲ ਲੱਗਦੀ ਸੀ। ਕਬਲਾ ਤੋਂ ਭਾਵ ਹੁੰਦਾ ਹੈ ਇਸਤਰੀ, ਕੰਚਨ ਤੋਂ ਭਾਵ ਹੁੰਦਾ ਹੈ ਸੋਨਾ, ਤੇ ਵਨ ਤੋਂ ਭਾਵ ਹੁੰਦਾ ਹੈ ਸੁਰਖਾ। ਕਹਿੰਦੇ ਕੋਈ ਜਿਸ ਤਰੀਕੇ ਦੇ ਨਾਲ ਲੱਗਦਾ ਸੀ ਜਿਵੇਂ ਕਿਸੇ ਇਸਤਰੀ ਨੇ ਆਪਣੇ ਤਨ ਤੇ ਸ਼ਿੰਗਾਰ ਕੀਤਾ ਹੋਵੇ, ਕਬਲਾ ਕੰਚਨ ਵਨ, ਉਸ ਤਰੀਕੇ ਦੇ ਨਾਲ ਤੇਰੇ ਉੱਤੇ ਆਪਣਾ ਇੱਕ ਅਲੱਗ ਤਰੀਕੇ ਦਾ ਰੰਗ ਚੜਿਆ ਹੋਇਆ ਸੀ। ਵਨ ਤੋਂ ਭਾਵ ਹੁੰਦਾ ਹੈ ਰੂਪ। ਬਖਸ਼ਿਸ਼ ਕਰਦੇ ਹਨ, ਭੱਬਰ ਤੋਂ ਹਰਿਆਵਲਾ ਕਬਲਾ ਕੰਚਨ ਵਨ। ਕਹਿੰਦੇ ਕੀ ਹੋ ਗਿਆ, ਕੈ ਦੁਖੜੀ ਸੜੀ ਹੋਈ ਕਾਲੀ ਹੋਈਆ ਦੇਵ ਦੀ,
नानक मैं तन पाऊं। बख्शिश कर दिया कि किस दुख के कारण तेरे उत्ते विपता आ गई, कह दोगले सड़े हुए की होया है तेनू, तू सड़ चुकिया है, तेरे अंदर दा पानी भी मुश्क मार लिया है, इस दे उत्तों भी स्मैल आ रही है, काली हुई है देवरी तेरे किनारियां ते उत्ते जदों आपां आप वेखदे हां अपनी पानी वाली टैंकी ते वेख लईए कि उस दे विच ज्यादा टाइम इक्को तरीके दा पानी भरिया रहण दे नाल उस दे किनारियां ते पानी दा दाग लग जाता है। कहण तो भाव पानी अपनी छाप छड्डदा है ते उत्थे ही उस दे जम जाता है। गुरु नानक साहब बख्शिश करते हैं काली होई देव रीति उस पानी के तलाब के जिथों तक पानी भरिया से तलाब के विच जदों पानी सुकदा जाता है गंदा होता जाता है उस दे किनारियां के कालापन होना शुरू हो जाता है। धन गुरु नानक साहब बख्शिश करते हैं पंबर तू हरियावल सब लाख चलवन कह दुखड़े सड़े हुए काली हुई देव नानक मैं तन पंग मैनू इंज लगता है जिवें तेरा अपना कोई धर्म भंग हो गया, मैनू इंज लगता है जिवें तेरे जीवन का कर्म भंग हो गया है। ख्याल करियो गुरु नानक साहब की कल्पना रूपी उस तालाब की अगे विचार की होता है, तलाब अगे की जवाब देता है जाना पानी ना लहा जय सती मेरा संग मेरे पातशाह मेरे नाल जिस तरीके का होया जाना पानी जिस जगह तो मेरे अंदर पानी आउंदा सी जाना पानी ना लहा उस जगह तो पानी आना बंद हो गया। जय सच्ची मेरा संग ते जिस दे नाल मेरा संग लगा सी मैं उस दे नाल टुटिया, जदों मैं उस दे नाल टुटिया ते फिर मेरे विच जिहड़ा नित नवा पानी आउंदा सी पुराना पानी खड़िया रहंदा सी निकल जांदा सी। जिस तरीका कमला कंचन वन जिस दे उत्ते जिस दे कारण मेरे विच रूप बणिया सी, जिस दे संग दे नाल मेरे उत्ते रूप चढ़िया सी जाना पानी ना लहा जय सती मेरा संग कहंदे जित तिठै तन पर फुड़ै चढ़ै चमकण वन। जित डिठै डिठै तो भाव देखना जिस नूं देखण दे नाल तन पर फुड़ै मेरे तन दे विच भाव मेरे प्रकार दे विच खेड़ा इस वनस्पति दे विच खुशियां ते खेड़े लहरावां आउंदियां सन ये उस संग दे नाल टुट गईयां हन। जित डिठै तन पर फुड़ै चढ़ै चमकण वन कहंदे जिस नूं चौगना वन तो भाव रूप चौगना वन चढ़दा सी जय सती मेरा संग उस संग दे नाल टुट गया, उस संग दे नाल मेरा विछोड़ा पै गया। बख्शिश करते हैं कि गुरपुरै हर नाम लड़ाया बिन नावे जीवन बिरत। जिस तरीके दे नाल तलाब अपने असले दे नालों अपने मूल दे नालों अपनी जड़ दे नाल टुट के एक रूप तो कुरूप बन जाता है ऐ इंसान बिन नावे जीवन बिरता। नाम तो बिना तेरी भी कोई जड़ नहीं, नाम तो बिना तेरा भी कोई अपना मौजूद नहीं। जिस दिन तुम नाम तो टूट जाएगा उस दिन कुछ तालाब वाले हालात तेरे भी बन जाएंगे। तेरे लागे भी लोग कहणगे मेरे कोल स्मैल आउंदी है, तेनू भी लोग आखणगे कि इस दे कोल बैठना भी गुनाह है। क्योंकि सत संगत आपां संसारक तौर ते देखदे हां जे कोई इंसान अकाल पुरख की गल छड्डो समाज तो थोड़ा जा दूर होवे समाज के लोग उसके कोल बैठना भी पसंद नहीं करते। समाज के लोग उसनों भी दुरकार देते हैं, उसके कोल भी बैठना पसंद नहीं करते। सतगुरु जी बख्शिश करते हैं गुरपुरै जिन हर नाम दृढ़ाया बिन नावे जीवन बिरत कि उस गुरु ने पूरे गुरु ने ही नाम नूं हिरदे दे विच पक्का करवाया है, उसने ही दृढ़ करवाया है। ऐ प्यारिया सोच नहीं जिदन ये दृढ़ता तेरे अंदरों चली गई नाम बिन नाम जीवन बिरता। फिर ये सोच लवी इस नाम तो बिना तेरा सारा जीवन ही व्यर्थ चलिया जाएगा, इस नाम तो बिना तेरा सारा जीवन ही बेकार चलिया जाएगा, किसी भी काम का नहीं रहेगा। जिस तरीके दे नाल
ਹੁਣ ਉਹ ਤਲਾਬ ਦੇ ਕੋਲ ਪਹਿਲਾਂ ਬਹੁਤ ਰਾਹੀ ਬੈਠਦੇ ਸਨ ਜਦੋਂ ਉਹ ਆਪਣੇ ਸੰਗ ਨਾਲ ਜੁੜਿਆ ਸੀ, ਤੇ ਜਦੋਂ ਦਾ ਸੰਗ ਨਾਲ ਟੁੱਟਾ ਹੈ ਉਸ ਦੇ ਲਾਗੇ ਕੋਈ ਰਾਹੀ ਵੀ ਬੈਠਣਾ ਪਸੰਦ ਨਹੀਂ ਕਰਦਾ। ਉਹ ਵੀ ਉਹਦੀ ਛਾਂ ਨੂੰ, ਉਹਦੇ ਆਨੰਦ ਨੂੰ ਮਾਣਨਾ ਪਸੰਦ ਨਹੀਂ ਕਰਦਾ, ਕਿਉਂਕਿ ਜਦੋਂ ਉਹ ਆਪਣੇ ਸੰਗ ਦੇ ਨਾਲ ਟੁੱਟਿਆ ਉਸ ਦਾ ਆਪਣਾ ਆਨੰਦ ਵੀ ਨਹੀਂ ਹੈ, ਉਸ ਦਾ ਆਪਣਾ ਜੋ ਵਨਸਪਤੀ ਦਾ ਖੁਸ਼ੀਆਂ ਕਿਹੜੀ ਸੀ ਉਹ ਵੀ ਨਹੀਂ ਰਹਿ ਗਿਆ। ਸੰਤ ਮਸਕੀਨ ਸਿੰਘ ਜੀ ਬਚਨ ਕਰਿਆ ਕਰਦੇ ਸਨ ਕਿ ਜਿਸ ਤਰੀਕੇ ਦੇ ਨਾਲ ਇੱਕ ਰੁੱਖ ਤੋਂ ਟੁੱਟਿਆ ਹੋਇਆ ਪੱਤਾ ਥੱਲੇ ਡਿੱਗ ਕੇ ਦਿਨੋਂ ਦਿਨ ਥੱਲੇ ਡਿੱਗ ਕੇ ਪੀੜਾ ਪੈਂਦਾ ਜਾਂਦਾ ਹੈ, ਜਿਤਨਾ ਟਾਈਮ ਤੱਕ ਉਹ ਰੁੱਖ ਦਾ ਪੱਤਾ ਉਸ ਰੁੱਖ ਦੇ ਨਾਲ ਦਰਖਤ ਦੇ ਨਾਲ ਜੁੜਿਆ ਹੁੰਦਾ ਹੈ ਉਤਨਾ ਚਿਰ ਤੱਕ ਉਹ ਅੱਗੇ ਵੱਧਦਾ ਹੈ ਤੇ ਹੋਰ ਆਪਣਾ ਹਰੇ ਤੋਂ ਹਰਾ ਰੰਗ ਫੜਦਾ ਹੈ। ਨਿੱਕੀ ਜੀ ਕੋਮਲੀ ਹੁੰਦੀ ਹੈ, ਉਸ ਤੋਂ ਅੱਗੇ ਵੱਧਦਾ ਆਕਾਰ ਵੱਡਾ ਹੁੰਦਾ ਹੈ, ਹਰਾ ਰੰਗ ਬਣਦਾ ਹੈ। ਤੇ ਪਿਆਰਿਆ, ਜਿਸ ਦਿਨ ਉਹ ਪੱਤਾ ਉਸ ਰੁੱਖ ਤੋਂ ਟੁੱਟ ਕੇ ਥੱਲੇ ਡਿੱਗ ਜਾਂਦਾ ਹੈ ਫਿਰ ਉਹ ਡੇ ਬਾਈ ਡੇ ਪੀਲਾ ਰੰਗ ਕਰਨਾ ਸ਼ੁਰੂ ਕਰ ਦਿੰਦਾ ਹੈ ਤੇ ਬਨਸਪਤੀ ਦਾ ਹਰਾ ਰੰਗ ਉਸਦਾ ਜੀਵਨ ਹੁੰਦਾ ਹੈ ਤੇ ਪੀਲਾ ਰੰਗ ਉਸਦਾ ਮਰਨ ਹੁੰਦਾ ਹੈ। ਜਿਸ ਦਿਨ ਉਹ ਪੀਲਾ ਰੰਗ ਸ਼ੁਰੂ ਕਰ ਦਿੰਦਾ ਹੈ ਉਸ ਦਿਨ ਉਸਦਾ ਅੰਤ ਹੋ ਜਾਂਦਾ ਹੈ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਉਹ ਪਰਮਾਤਮਾ ਇੱਕ ਹੈ, ਸਤਿਗੁਰੂ ਦੀ ਕਿਰਪਾ ਦੇ ਨਾਲ ਸਤ ਜਿਸ ਦਾ ਨਾਮ ਅਟਲ ਹੈ, ਗੁਰ ਪ੍ਰਸਾਦ। ਖਿਆਲ ਕਰਿਓ ਸਾਧ ਸੰਗਤ, ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ ਇੱਕ ਓੰਕਾਰ, ਦੂਸਰਾ ਵਰਡ ਹੈ ਸਤਿਗੁਰ ਤੇ ਤੀਸਰਾ ਪ੍ਰਸਾਦ। ਜਦੋਂ ਅਰਥ ਕਰਦੇ ਹਾਂ ਕਿ ਉਸ ਨੂੰ ਜਿਹੜਾ ਸਤ ਹੈ, ਸਤ ਤੱਤੇ ਨੂੰ ਸਿਆਹੀ ਸਤ, ਸਤ ਤੋਂ ਅਰਥ ਨਿਕਲਦਾ ਹੈ ਕਿ ਪਰਮਾਤਮਾ ਸਤ ਹੈ। ਇੱਕ ਤੋਂ ਅਰਥ ਹੈ ਉਹ ਇੱਕ ਹੈ, ਉਹ ਓੰਕਾਰ ਤੋਂ ਭਾਵ ਉਹ ਹਰੇਕ ਦੇ ਵਿੱਚ ਵਿਆਪਕ ਹੈ। ਸਤ ਤੋਂ ਭਾਵ ਅਟਲ ਹੈ ਤੇ ਜਦੋਂ ਗੁਰ ਤੇ ਪ੍ਰਸਾਦ ਜੁੜਦਾ ਹੈ ਫਿਰ ਬਣਦਾ ਹੈ ਗੁਰੂ ਦੀ ਕਿਰਪਾ ਦੇ ਨਾਲ ਮਿਲਦਾ ਹੈ। ਉਹ ਜਿਹੜਾ ਇੱਕ ਹੈ ਹਰੇਕ ਦੇ ਵਿੱਚ ਵਿਆਪਕ ਹੈ, ਸਤ ਹੈ, ਅਟਲ ਹੈ, ਉਹ ਗੁਰੂ ਦੀ ਕਿਰਪਾ ਦੇ ਸਦਕਾ ਪ੍ਰਾਪਤ ਹੁੰਦਾ ਹੈ। ਖਿਆਲ ਕਰਿਓ ਸਤ ਸੰਗਤ, ਸਤਿਗੁਰੂ ਜੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਸਮੇਂ ਤੇ ਦੋ ਮੁਸਲਮਾਨ ਸ਼ਾਗਿਰਦ ਹਨ, ਨਵਾਬ ਕਰੀਮ ਬਖਸ਼ ਤੇ ਨਵਾਬ ਰਹੀਮ ਬਖਸ਼। ਨਵਾਬ ਕਰੀਮ ਬਖਸ਼ ਤੇ ਰਹੀਮ ਬਖਸ਼, ਉਹਨਾਂ ਨੂੰ ਨਵਾਬ ਤਾਂ ਕਿਹਾ ਜਾਂਦਾ ਸੀ, ਸਮੇਂ ਦੀ ਹਕੂਮਤ ਵੱਲੋਂ ਨਵਾਬੀ ਦਾ ਖਿਤਾਬ ਪ੍ਰਾਪਤ ਸੀ। ਬਹੁਤ ਵੱਡੇ ਜ਼ਿਮੀਂਦਾਰ ਹਨ, ਉਸ ਇਲਾਕੇ ਦੇ ਚੌਧਰੀ ਕਹਾਏ ਜਾਂਦੇ ਹਨ ਤੇ ਉਹਨਾਂ ਦੇ ਆਪਣੇ ਬਹੁਤ ਜ਼ਮੀਨਾਂ ਜਾਇਦਾਦਾਂ ਹਨ, ਜਿਨ੍ਹਾਂ ਕਰਕੇ ਜ਼ਿਮੀਂਦਾਰ ਆਖਿਆ ਜਾਂਦਾ ਹੈ। ਪਟਨੇ ਦੀ ਗੱਲ ਹੈ, ਆਪਣੇ ਕੁਝ ਬਾਗ ਵੀ ਹਨ। ਇੱਕ ਐਸਾ ਬਾਗ ਹੈ ਜਿਸ ਦੇ ਵਿੱਚ ਕਹਿ ਲਈਏ ਕੋਈ ਸੇਵਾ ਨਾ ਹੋਣ ਤੋਂ, ਕਿਉਂਕਿ ਇੱਕ ਸ਼ਾਇਰ ਦੇ ਬੜੇ ਪਿਆਰੇ ਬਚਨ ਆਉਂਦੇ ਹਨ, ਉਹ ਬੜੀ ਪਿਆਰੀ ਆਪਣੀ ਸ਼ਾਇਰੀ ਦੇ ਵਿੱਚ ਲਿਖਦਾ ਹੈ, ਜਿਸ ਬਾਗ ਦਾ ਮਾਲੀ ਬੇਈਮਾਨ ਹੋ ਜਾਏ ਉਹਦੇ ਫੁੱਲ ਵੀ ਨਹੀਂ ਤੇ ਫਲ ਵੀ ਨਹੀਂ, ਜਿਹੜੀ ਗਊ ਸ਼ੇਰ ਦੇ ਮੂੰਹ ਆ ਜਾਏ ਉਹਦੀਆਂ ਹੱਡੀਆਂ ਵੀ ਨਹੀਂ ਤੇ ਖਲ ਵੀ ਨਹੀਂ। ਉਸ ਬਾਗ ਦੇ ਮਾਲੀ ਨੇ ਕਹਿ ਲਈ ਉਸ ਦੀ ਸੇਵਾ ਦੇਖਭਾਲ ਨਹੀਂ ਕੀਤੀ, ਕਿਸ ਕਾਰਨ ਦੇ ਨਾਲ ਸੁੱਕ ਗਿਆ ਜਾਂ ਫਿਰ ਉਸ ਬਾਗ ਨੂੰ ਆਪਣੀ ਲੋੜ ਦੇ ਮੁਤਾਬਿਕ ਪਾਣੀ ਨਹੀਂ ਮਿਲਿਆ ਜਾਂ ਕਹਿ ਲਈਏ ਸੇਵਾ ਨਹੀਂ ਮਿਲੀ, ਇਸ ਕਰਕੇ ਸੁੱਕਣਾ ਸ਼ੁਰੂ ਹੋ ਗਿਆ। ਤਦ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜਦੋਂ ਪਟਨੇ ਦੀ ਧਰਤੀ ਤੇ ਸਿੱਖੀ ਦੇ ਪ੍ਰਚਾਰ ਲਈ ਜਾਂਦੇ ਹਨ, ਕੀ ਵੇਖਦੇ ਹਨ ਕਿ ਇੱਕ ਸੁੱਕਾ ਬਾਗ ਮਿਲਦਾ ਹੈ, ਉਸ ਬਾਗ ਦੇ ਵਿੱਚ ਬੈਠ ਜਾਂਦੇ ਹਨ। ਜਦੋਂ ਉਸ ਬਾਗ ਦੇ ਵਿੱਚ ਬੈਠਦੇ ਹਨ, ਸਤਿਗੁਰੂ ਜੀ ਗੁਰਬਾਣੀ ਦਾ ਕੀਰਤਨ ਹੁੰਦਾ ਹੈ, ਸੰਗਤਾਂ ਜੁੜਦੀਆਂ ਹਨ। ਕਾਫੀ ਲੰਬਾ ਸਮਾਂ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਸੰਗਤਾਂ ਆਉਂਦੀਆਂ ਹਨ, ਦਰਸ਼ਨ ਦੀਦਾਰੇ ਕਰਦੀਆਂ ਹਨ। ਗੁਰਬਾਣੀ ਕੀਰਤਨ ਹੁੰਦਾ ਹੈ, ਕਥਾ ਵਿਚਾਰਾਂ ਹੁੰਦੀਆਂ ਹਨ, ਬਾਣੀ ਦਾ ਪਾਠ ਹੁੰਦਾ ਹੈ ਤੇ ਸਾਧ ਸੰਗਤ ਖਿਆਲ ਕਰਿਓ, ਗੁਰਬਾਣੀ ਇਸ ਗੱਲ ਦੀ ਗਵਾਹੀ ਭਰਦੀ ਹੈ ਕਿ ਜਦੋਂ ਜਿਸ ਜਗ੍ਹਾ ਤੇ ਬੈਠ ਕੇ ਗੁਰਬਾਣੀ ਦਾ ਪਾਠ ਕੀਤਾ ਹੋਵੇ, ਗੁਰਬਾਣੀ ਦਾ ਕੀਰਤਨ ਹੋਵੇ, ਕੋਈ ਜਗ੍ਹਾ ਵੀ ਸੁਹੇਲੀ ਹੋ ਜਾਂਦੀ ਹੈ।
जिथे जाए कहे मेरा सतगुरु सो थान सुहावा राम नाम। वो थान भी सुहावे हो जाते हैं। समा पा के जदों कह लईए उस वनस्पति नूं अपना रंग ते आनंद मिलना शुरू हो गया, उस दे बाग ने उस बाग ने हरा होना शुरू हो गया। बाग दे विच नवीं कुंबलियां फुटणियां शुरू होईयां। बाग दे विच नवीं वनस्पति कुछ उन्हां गुरु के सिखां ने लगाउणी शुरू कर दित्ती कि बाग है ते वो बाग चंगा ताइयों लगदा है जेकर हरा होवे, नहीं ते सुके बाग दी रौनक भी खत्म हो जाती है। गुरु तेग बहादुर पातशाह महाराज की बख्शिश के सदका समा पा के वो बाग हरा होना शुरू हो जाता है। हुण उधर नवाब करीम बख्श के रहीम बख्श के जिहड़े चेले हन वो जाके दसदे हन कि नवाब साहब इस तरीके दे नाल पंजाब तो आया होया एक साधु कुछ अपनी संगतां दे नाल उत्थे बैठदा है ते अपनी किसी गुरु दी कलाम नूं पढ़दा है, कीर्तन करता है, कथा विख्यान करता है। उस बारे सानू जानकारी नहीं, लेकिन एक जानकारी है कि अपना बाग हरा हो गया। ख्याल करो सब संगत नवाब करीम बख्श के रहीम बख्श अपने चेलियां नूं कहते हैं दोबारा फिर अपना तुसीं की आख्या रिपीट करो। वो आखदे हैं कि वो संत अपने किसी गुरु दी कलाम नूं पढ़दा है, उस दे बारे सानू जानकारी नहीं की पढ़दा है, पर साडा बाग उस कलाम दे नाल सानू इंज लगदा जिवें हरिया होया। साथ संगत जदों इतनी गल सुनते हैं ते नवाब करीम बख्श ते रहीम बख्श उन्हां नूं आखदे हैं कि चलो सानू बाग दे विच लै के चलो। दोवें नवाब भरा उन्हां अपने चेलियां अहंकारां दे नाल तुर पैंदे हैं। जदों बाग दे किनारे ते पहुंच के वेखदे हैं अचंभित रह जाते हैं कि कुछ समा ऐसा देखिया सी जदों बाग दे विच सुके दरख्त दिखदे सन, अज वो समा है कि हर पासे वनस्पति है ते उन्हां वनस्पतियां नूं फुल खिल रहे हैं, वड्डे वड्डे दरख्त भी कुछ रौनक दे विच दिखाई दे रहे हैं। ख्याल करो साथ संगत नवाब करीम बख्श ते रहीम बख्श जदों गुरु तेग बहादुर पातशाह वाल तकदे हैं उन्हां दे मन विच एक होर अजीब तरीके दी तांग पैदा हो जाती है। गुरबाणी दा पावन कल वचन आउंदा है, गुर का दर्शन देख देख लीवा गुर के चरण धोए धोए। जदों गुरु दा दर्शन करते हैं आके गुरु दे चरणां ते मत्था टेक के दर्शन करके गुरबाणी कीर्तन सुनते हैं, गुरु तेग बहादुर दे सच जाने सिख बन जाते अपने आप को धन मानते हैं कि ऐ पातशाह असीं धन हो गए, तुहाडे दर्शन कीते, साडा बाग धन हो गया। सच जानियो सत संगत गुर प्रसाद उन्हां ते इतने गुरु दी कृपा हुई कि उन्हां ने वो जिहड़ा बाग गुरु घर दे नाम कर दिता ते गुर पता नहीं कितनियां को जायदादां सी जड़ियां गुरु के लंगर दे नाम ते ला दित्ती। बख्शिश करदे हैं मेरा है रतन नाम हर बसिया क्या हाथ धरियो मेरा माथा। हे भाई जदों दा गुरु ने मेरे सिर दे उत्ते हाथ धरिया है, मेरे हिरदे दे विच परमात्मा दा रतन वर्गा नाम आ वसिया है। परमात्मा दा रतन वर्गा कीमती नाम आ वसिया है। जन्म जन्म के भाव साडे पिछले कर्मां तक दे सारे दुखां दा नाश हो गया है। कदों गुर नाम दियो रिन लाथा, रिन तो पाप होता है कर्जा, रिन तो पाप होता है विकारां दा भार। साडे विकारां दे भार लथ गए, भाव के जिहड़ा मन अज जपदा सी ते आखदा सी कि अज तो गुरु दा नाम ही नाम जपना है, और कोई भी विकार दा बुरा कर्म नहीं करना, ते कल नूं वो मन फिर मर गया। वो आखदा है कोई नहीं रब दा नाम ते बुढ़ेपे वेले भी जप लवांगे, अजे जिहड़ा काम है जिहड़े विकार वासनावां इन्हां नूं पूरीआं कर लिया जाए। जिहड़ा कहण दे भाव के दिन प्रत दिन जिहड़ा मन जमदा ते मरदा सी, उस मन दे उत्तों सतगुरु जी ने ना जदों नाम वर्गा रतन वसिया आके रतन गुरु दा अंदर प्रवेश होया, किल विख दुख उतरे गुरु नाम दियो लाथा। फिर मन दे जमण मरण दा गेड़ खत्म होया, तेरा विकारां दा भार ते लद्दिया
ਗਿਆ ਸੀ ਉਹ ਖਤਮ ਹੋ ਗਿਆ। ਬਖਸ਼ਿਸ਼ ਕਰਦੇ ਹਨ ਬਿਨ ਗੁਰ, ਗੁਰੂ ਤੋਂ ਬਿਨਾ ਉਹ ਮੂਰਖ ਲੋਕ ਮਨਮੁਖ ਹੋ ਜਾਂਦੇ ਹਨ ਤੇ ਮੋਹ ਮਾਇਆ ਵਿੱਚ ਫਸ, ਉਸ ਮਾਇਆ ਦੇ ਵਿੱਚ ਫਸ ਜਾਂਦੇ ਹਨ ਜਿਸ ਨੂੰ ਗੁਰੂ ਜੀ ਨੇ ਗੁਰੂ ਸਾਹਿਬ ਨੇ ਬਾਣੀ ਦੇ ਵਿੱਚ ਕਿਹਾ ਹੈ, ਮਾਇਆ ਹੋਈ ਨਾਗਨੀ ਜਗਤ ਰਹੀ ਲਪਟਾਇਆ, ਕਿ ਉਸਨੇ ਆਪਣਾ ਕੁਝ ਐਸਾ ਖੇਡ ਐਸਾ ਚੱਕਰ ਬੁਣਿਆ ਹੈ, ਉਹ ਭਲੇ ਤੋਂ ਭਲੇ ਸਿੱਧ ਪੁਰਸ਼ ਨੂੰ ਵੀ ਉਸ ਦੇ ਵਿੱਚ ਫਸਾ ਦਿੰਦੀ ਹੈ। ਭਲੇ ਤੋਂ ਭਲੇ ਇਨਸਾਨ ਦੀ ਮਨ ਤੇ ਵੀ ਪਰਦਾ ਪਾ ਦਿੰਦੀ ਹੈ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ ਤਿੰਨ ਸਾਧੂ ਚਰਨ ਨਸੀਬੇ ਕਬੂ, ਉਹਨਾਂ ਨੇ ਕਦੇ ਗੁਰੂ ਦੇ ਨਾਮ ਦਾ ਚਿੱਤ ਵੀ ਨਹੀਂ ਕੀਤਾ, ਉਹਨਾਂ ਨੇ ਕਦੇ ਰੱਬ ਦੇ ਨਾਮ ਦਾ ਖਿਆਲ ਵੀ ਨਹੀਂ ਕੀਤਾ ਕਿ ਦੁਨੀਆ ਤੇ ਰੱਬ ਵੀ ਹੈ। ਤਿੰਨ ਸਭ ਜਨਮ ਕਰਤਾ, ਉਹਨਾਂ ਦਾ ਸਾਰਾ ਜਨਮ ਹੀ ਇਸ ਤਰੀਕੇ ਦੇ ਨਾਲ ਵਿਅਰਥ ਸੰਸਾਰ ਤੇ ਆਏ ਤੇ ਚਲੇ ਜਾਂਦੇ। ਜਿਨ ਸਾਧੂ ਚਰਨ ਸਾਧ ਭਗ ਸੇਵੇ ਤਿਨ ਸਭ ਹੋਏ ਜਨਮ ਸਮਾਤਾ। ਬਖਸ਼ਿਸ਼ ਕਰਦੇ ਹਨ ਕਿ ਇੱਕ ਉਹ ਹਨ ਜਿਨ੍ਹਾਂ ਦਾ ਸੰਸਾਰ ਦੇ ਉੱਤੇ ਆਇਆ ਵੀ ਵਿਅਰਥ ਹੈ, ਇੱਥੇ ਜੀਵਿਆ ਵੀ ਵਿਅਰਥ ਹੋ ਜਾਂਦਾ ਹੈ, ਅੰਤ ਦੇ ਵਿੱਚ ਆਪਣਾ ਅਖੀਰਲਾ ਸਮਾਂ ਵੀ ਵਿਅਰਥ ਕਰਕੇ ਚਲੇ ਜਾਂਦੇ ਹਨ। ਤੇ ਇੱਕ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ, ਇਹ ਹਨ ਸਾਧੂ ਚਰਨ ਸਾਧ ਭਗ ਸੇਵੇ, ਜਿਹੜੇ ਮਨੁੱਖ ਗੁਰੂ ਚਰਨਾਂ ਦੀ ਓਟ ਲੈਂਦੇ ਹਨ, ਸਫਲ ਜਨਮ ਸਮਾਤਾ, ਉਹਨਾਂ ਦੇ ਸਾਰੇ ਜ਼ਿੰਦਗੀ ਦੇ ਮਕਸਦ ਕਾਮਯਾਬ ਹੋ ਜਾਂਦੇ ਹਨ। ਉਹਨਾਂ ਦੇ ਜੀਵਨ ਦੇ ਵਿੱਚ ਸਾਰੇ ਕਹਿਣ ਦੇ ਭਾਵ ਕਾਰਜ ਸਫਲ ਹੋ ਜਾਂਦੇ ਹਨ। ਸਤ ਸੰਗਤ ਗੁਰੂ ਬਖਸ਼ਿਸ਼ ਕਰਦਾ ਹੈ, ਭਾਵੇਂ ਇਨਸਾਨ ਦਾ ਆਤਮਿਕ ਮਕਸਦ ਹੋਵੇ ਜਾਂ ਸੰਸਾਰਿਕ ਮਕਸਦ ਹੋਵੇ, ਉਹ ਪੂਰਾ ਹੋ ਜਾਂਦਾ ਹੈ। ਮੋਕੋ ਕੀਜੈ ਦਾਸ ਦਾਸ ਦਾਸਨ, ਉਹ ਬਖਸ਼ਿਸ਼ ਕਰਦੇ ਹਨ ਤੇ ਆਖਦੇ ਹਨ ਕਿ हे ਹਰੀ ਜਗਤ ਦੇ ਨਾਥ, ਸਾਨੂੰ ਉਹਨੇ ਸਾਡੇ ਉੱਤੇ ਮਿਹਰ ਕਰਤੇ, ਉਹਨਾਂ ਮਿਹਰ ਦੇ ਪਾਤਰਾਂ ਦਾ ਦਾਸਾਂ ਦਾ ਦਾਸ ਬਣਾ ਦੇ, ਜੋ ਇਸ ਦਇਆ ਦੇਤਾ ਦਇਆ ਧਰਨ ਵਾਲਾ ਜਗਨਨਾਥ ਹੈ। ਜਗਨਨਾਥ ਦਾ ਭਾਵ ਅਕਾਲ ਪੁਰਖ ਪਰਮਾਤਮਾ। ਹਮ ਅੰਧਨੇ ਕੋ ਪ੍ਰੇਮ ਚਲ ਤੀਜੈ, ਜਨ ਨਾਨਕ ਚਲੇ ਗ੍ਰਹਿ। ਨਾਨਕ ਦਾਸ ਆਖਦਾ ਹੈ ਕਿ हे ਗੁਰੂ, ਸਾਨੂੰ ਸਾਰਿਆਂ ਨੂੰ ਆਪਣਾ ਪੱਲਾ ਫੜਾ ਦੇ। ਸਾਨੂੰ ਨਹੀਂ ਪਤਾ ਲੱਗਦਾ ਕਿ ਅਸੀਂ ਜੀਵਨ ਦੇ ਵਿੱਚ ਕਿਤਨਾ ਕੁ ਵਿਅਰਥ ਕਰ ਰਹੇ ਹਾਂ, ਜੀਵਨ ਨੂੰ ਕਿਤਨਾ ਕੁ ਸਵਾਰ ਰਹੇ ਹਾਂ। ਜੇਕਰ ਤੁਸੀਂ ਆਪਣਾ ਪੱਲਾ ਫੜਾ ਦਵੋ, ਜੇਕਰ ਤੁਸੀਂ ਆਪਣੇ ਨਾਲ ਲੈ ਕੇ ਤੁਰ ਪਵੋ, ਹਮ ਅੰਧਨੇ ਕੋ ਗੁਰ ਅੰਚਲ ਤੀਜੈ, ਜਨ ਨਾਨਕ ਚਲੇ ਗ੍ਰਹਿ। ਫਿਰ ਹੋ ਸਕਦਾ ਹੈ ਅਸੀਂ ਤੁਹਾਡੇ ਦਿੱਤੇ ਹੋਏ ਰਸਤੇ ਤੇ ਤੁਰ ਸਕੀਏ, ਹੋ ਸਕਦਾ ਤੁਹਾਡੀ ਦਿੱਤੀ ਹੋਈ ਵਿਚਾਰ ਨੂੰ ਸਮਝ ਸਕੀਏ, ਤੁਹਾਡੇ ਸਿਧਾਂਤ ਨੂੰ ਸਮਝ ਕੇ ਇਹ ਲੋਕ ਸੁਖੀਏ ਪਰ ਲੋਕ ਸੁਮਿਲੇ, ਨਾਨਕ ਹਰ ਫਲ ਆਪੇ ਮਿਲੇ। ਇਤਨਾ ਕੁਛ कहते ਹੋਇਆ ਕਮਾ ਦਾ ਕਹਾ ਗੁਰਬਾਣੀ ਵਿਚਾਰ ਕਰਦਿਆਂ ਹੋਇਆ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਗੁਰੂ ਅਤੇ ਗੁਰੂ ਦੀ ਸੰਗਤ ਬਖਸ਼ਣਯੋਗ ਹੈ। ਪਰਵਾਨੋ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਲ ਇੰਡੀਆ ਸਿੱਖ ਫੈਡਰੇਸ਼ਨ ਗੁਰਮਤਿ ਚੈਨਲ ਦੇ ਨਾਲ ਜੁੜਨ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਅਗਰ ਆਪ ਜੀ ਨੇ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਕਰੋ, ਬੈਲ ਆਈਕਨ ਜ਼ਰੂਰ ਦਬਾਓ ਤੇ ਕਮੈਂਟਸ ਕਰਿਆ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।